तीनों रात दोस्तों बुजुर्गों प्यारियों सज्जनों मित्रों दुश्मनों नफरत करने वाले मुहब्बत करने वाले और मेरे वालों ਤੁਹਾਨੂੰ सलाम आदाब प्रणाम सत श्री अकाल नमस्कार गुड इवनिंग गुड आफ्टरनून गुड मॉर्निंग वेर एवर यू आर। पहले मैंने सोचा था कि जी मैं कुछ दोस्तों के साथ मिलकर जो दुनिया के मुख्तलिफ हिस्सों में हैं, मतलब ऑस्ट्रेलिया में हैं कुछ दोस्त, कुछ सिंगापुर मलेशिया में हैं, कुछ इटली में हैं, कुछ पाकिस्तान में तो हैं ही, और मैं बरतानिया में हूँ, कुछ अमेरिका में, तो उन पर मिल के कोई गुफ्तगू करेंगे कि जी कोरोना कैसे फैलता है, इसका ऐसे जड़ा ने सब किया गया है, कि तरीक है कितों निकलिया कि मैं निकलिया, इस पास सानू ले जाने की लोड़ कोई नहीं, क्योंकि हालात ਇੱਥੇ ਪਹੁੰਚ ਗਏ ਹੈਗੇ ਨੇ ਕਿ ਖਤਰਾ ਬੜਾ ਵੱਧ ਗਿਆ ਹੈ, ਸ਼ਦੀਦ ਵੱਧ ਗਿਆ ਹੈਗਾ। ਅਗਰ ਅਸੀਂ ਹੁਣ ਆਪਣੇ ਆਪ ਨੂੰ ਨਾ ਸੰਭਾਲਿਆ ਤੇ ਪਤਾ ਨਹੀਂ ਕਿੰਨੇ ਕਰੋੜ ਲੋਕੀ ਅਸੀਂ ਸਿਰਫ ਪਾਕਿਸਤਾਨ 'ਚ ਹੀ ਮਾਰ ਦਾਂਗੇ। ਇੰਨੀ ਇੰਨੀ ਇਸ ਤੋਂ ਪਹਿਲੇ ਇਹੋ ਜਿਹੀ ਆਫਤ ਨਾ ਅਸੀਂ ਵੇਖੀ ਹੈਗੀ ਏ। 1918 ਦੇ ਵਿੱਚ ਕਹਿੰਦੇ ਨੇ ਕਿ ਸਪੈਨਿਸ਼ ਫਲੂ ਆਇਆ ਹੈਗਾ ਸੀ, ਤੇ ਉਹਦੇ ਨਾਲ ਇੰਨੇ ਲੋਕੀ ਮਰ ਗਏ ਹੈਗੇ ਸੀ ਕਿ ਦੂਜੀ ਜੰਗੇ ਅਜ਼ੀਮ ਦੇ ਵਿੱਚ ਵੀ ਇੰਨੇ ਲੋਕੀ ਨਹੀਂ ਸੀ ਮਰੇ ਹੈਗੇ। ਤੇ ਡਾਕਟਰ ਕਿਉਂ ਕਹਿੰਦੇ ਨੇ ਜੀ कोरोना में सेल्फ आइसोलेशन या क्वारंटाइन या घर में रहना क्यों जरूरी है? ਉਹਦੀ ਵਜ੍ਹਾ ਬੜੀ ਸਿੱਧੀ ਸਿੱਧੀ ਹੈ। ਕਿਵੇਂ ਸਿੱਧੀ ਸਿੱਧੀ ਹੈ ਮੈਂ ਤੁਹਾਨੂੰ ਸਮਝਾ ਦਿੰਦਾ। ਇੱਕ ਇਹਦਾ ਅੰਦਾਜ਼ਾ ਇਹ ਤੋਂ ਲਾਓ ਕਿ ਜੀ ਇੱਕ ਬੰਦੇ ਨੂੰ ਅਗਰ ਨਾਰਮਲ ਫਲੂ ਹੋ ਜਾਏ ਤੇ ਉਹ 1.3 ਬੰਦਿਆਂ ਨੂੰ ਲਾ ਦਿੰਦਾ ਹੈ। ਯਾਨੀ ਮੈਨੂੰ ਅਗਰ ਨਜ਼ਲਾ ਜ਼ੁਕਾਮ ਫਲੂ ਹੈਗਾ, ਨਜ਼ਲਾ ਜ਼ੁਕਾਮ ਹੋਰ ਚੀਜ਼ ਹੁੰਦੀ ਹੈ, ਫਲੂ ਹੋਰ ਹੁੰਦਾ, ਬਟ ਕਾਮਨ ਕੋਲਡ ਕਰ ਲਓ ਜਾਂ ਫਲੂ ਕਰ ਲਓ, ਇੱਕ ਬੰਦੇ ਤੋਂ 1.3 ਬੰਦਿਆਂ ਨੂੰ ਲੱਗਦਾ ਹੈਗਾ। ਤੇ ਅਗਰ ਇੱਕ ਵਾਰੀ ਫੈਲਾਂਗੇ ਤੇ 1.3 ਨੂੰ ਲਾਇਆ, ਉਹਨਾਂ ਨੇ ਅੱਗੇ ਹੋਰ ਨੂੰ ਲਾਇਆ, ਉਹਨਾਂ ਨੇ ਹੋਰ ਨੂੰ ਲਾਇਆ, ਤੇ ਜਦੋਂ 10ਵੇਂ ਤੱਕ ਪਹੁੰਚਿਆ ਤੇ ਉਹ 10ਵੇਂ ਵਾਰੀ 'ਚ ਉਹਨਾਂ ਨੇ 14 ਬੰਦਿਆਂ ਨੂੰ ਲਾ ਚੁੱਕੇ ਸੀ। ਪਰ ਸਾਰਿਆਂ ਨੂੰ ਜਮ੍ਹਾਂ ਕਰਾਂਗੇ ਹੁਣ, ਤੇ ਇਹ 10ਵੀਂ ਵਾਰੀ ਤੋਂ ਬਾਅਦ ਜਿਹੜੀਆਂ ਇਨਫੈਕਸ਼ਨਸ ਨੇ ਉਹ ਤਕਰੀਬਨ 56 ਇਨਫੈਕਸ਼ਨ ਹੋ ਗਈਆਂ ਨੇ। ਯਾਨੀ ਨਾਰਮਲ ਫਲੂ ਦੇ ਵਿੱਚ 56 ਬੰਦੇ 10ਵੀਂ ਵਾਰੀ ਤੱਕ ਮੁਤਾਸਰ ਹੋ ਚੁੱਕੇ ਨੇ। ਹਾਂਜੀ, ਇਹ ਕੋਈ ਵੱਡਾ ਨੰਬਰ ਨਹੀਂ ਹੈਗਾ, ਇਹੀ ਨਾ। ਹੁਣ ਕਰੋਨਾ ਨਾਲ ਵੇਖਦੇ ਆ। ਕਰੋਨਾ ਕਹਿੰਦੇ ਨੇ ਜੀ ਇੱਕ ਬੰਦੇ ਤੋਂ 3 ਬੰਦਿਆਂ ਨੂੰ ਲੱਗਦਾ ਹੈ, ਤੇ 3 ਐਡੀ ਕੋਈ ਵੱਡਾ ਲੱਗਦਾ ਤੇ ਕੋਈ ਨਹੀਂ ਕਿ 3 ਬੰਦਿਆਂ ਨੂੰ ਲੱਗ ਜਾਏਗਾ ਫੇਰ ਕੀ ਹੋਈ ਜਾਏਗਾ। ਪਰ ਵੇ ਨੇ ਜਿਵੇਂ ਅਸੀਂ ਪਿਛਲਾ ਹਿਸਾਬ ਕੀਤਾ ਸੀ, ਐਤਕੀ ਵੀ ਹਿਸਾਬ ਕਰਨੇ ਆ ਤੇ ਵੇਨੇ ਕਿੰਨੇ ਲੋਕਾਂ ਨੂੰ ਲੱਗ ਰਿਹਾ। 1 ਤੋਂ 3 ਨੂੰ, ਉਹ ਤੁਹਾਡੀ ਖੈਰ, 3 ਨੇ ਅੱਗੇ 3 ਨੂੰ ਲਾਇਆ ਤੇ 9 ਨੇ ਅੱਗੇ 3 ਨੂੰ ਲਾਇਆ ਤੇ 27 ਨੇ 3 ਨੂੰ ਲਾਇਆ ਤੇ 81 ਨੇ ਅੱਗੇ 3 ਨੂੰ ਲਾਇਆ ਤੇ 243 243 ਪੰਜਵੇਂ ਫੈਲਾਓ ਤੱਕ ਹੋ ਗਏ ਨੇ। ਗੱਲ ਐਡੀ ਸੌਖੀ ਹੁੰਦੀ ਤੇ ਇੱਥੇ ਰੁਕ ਜਾਂਦੇ, ਲੇਕਿਨ ਜਿਵੇਂ ਅਸੀਂ ਪਿਛਲੀ ਵਾਰੀ ਵੇਖਿਆ ਸੀ ਕਿ 10ਵੇਂ ਫੈਲਾਓ ਤੱਕ ਜਾ ਕੇ ਸਾਡੇ ਕੋਲ ਕੁੱਲ ਜਮ੍ਹਾਂ ਕਰਨ ਤੋਂ ਬਾਅਦ ਜਨਾਬ 56 ਬੰਦੇ ਹੋਏ ਸੀ, ਤੇ ਹੁਣ ਇਸ ਵਾਰੀ ਸਾਡੇ ਕੋਲ 88,573 ਬੰਦੇ ਤੋਂ ਫੱਟੜ ਹੋ ਚੁੱਕੇ ਨੇ। ਹਾਂਜੀ, ਡਾਕਟਰ ਕਿਉਂ ਕਹਿੰਦੇ ਨੇ ਘਰ ਰਵੋ? ਡਾਕਟਰ ਇਸ ਵਾਸਤੇ ਘਰ ਕਹਿੰਦੇ ਨੇ ਰਵੋ ਕਿ ਨਾ ਤੁਸੀਂ ਆਪਣੇ ਆਪ ਨੂੰ ਲਾਓ ਨਾ ਲੋਕਾਂ ਨੂੰ ਲਾਓ। ਇਹਦੀ ਆਮ ਇਲਾਮਾਤ ਇਹੀ ਹੈਗੀਆਂ ਨੇ ਕਿ ਜੀ ਅਕਸਰ ਤੇ ਦੀ ਇਲਾਮਾਤ ਕੋਈ ਵੀ ਨਹੀਂ ਹੁੰਦੀਆਂ ਹੈਗੀਆਂ। ਜਿਹਨੂੰ ਲੱਗਾ ਹੈਗਾ ਉਹ ਠੀਕ ਹੋ ਜਾਏਗਾ ਆਪਣੇ ਆਪ ਹੀ। ਜ਼ਿਆਦਾ ਹੋਏਗਾ ਤੁਹਾਨੂੰ ਖਾਂਸੀ ਆਏਗੀ, ਖੁਸ਼ਕ ਕਿਸਮ ਦੀ, ਤੇ ਬੁਖਾਰ ਹੋਏਗਾ। ਬੁਖਾਰ ਵਾਸਤੇ ਹੈਗਾ ਕਿ ਜੀ ਤੁਸੀਂ ਪੈਨਾਡੋਲ ਖਾ ਲਵੋ ਤੇ ਬੁਖਾਰ ਕੰਟਰੋਲ 'ਚ ਰਵੇ। ਜਿੰਨੀ ਦੇਰ ਤੱਕ ਤੁਹਾਨੂੰ ਸਾਹ ਆਉਣ ਦੀ ਤਕਲੀਫ ਨਹੀਂ ਹੁੰਦੀ ਉਨੀ ਦੇਰ ਤੱਕ ਬਰਾਏ ਮਿਹਰਬਾਨੀ ਇਹ ਮੇਰੇ ਹੱਥ ਬੰਨੇ ਵੇਖੋ, ਹਸਪਤਾਲ ਨਾ ਜਾਇਓ। ਪਤਾ ਨਹੀਂ ਤੁਹਾਨੂੰ ਕਰੋਨਾ ਹੈ ਸੀ ਜਾਂ ਨਹੀਂ ਸੀ ਹੈਗਾ। ਅਗਰ ਨਹੀਂ ਸੀ ਹੈਗਾ ਤੇ ਪਾਕਿਸਤਾਨ 'ਚ ਤੇ ਹੀ ਹੈ ਨਾ ਕਿ ਇੱਕ ਬੰਦਾ ਹਸਪਤਾਲ ਜਾਣਾ, ਇਹਦੇ ਨਾਲ ਪੂਰਾ ਟੱਬਰ 10 ਬੰਦੇ ਹੋਰ ਜਾਣਗੇ। ਉਹਨਾਂ ਨੂੰ ਅਗਰ ਨਹੀਂ ਵੀ ਹੈਗਾ ਤੇ ਹਸਪਤਾਲ 'ਚ ਲਵਾ ਕੇ ਆਈ ਜਾਣਗੇ, ਤੇ ਉਹ ਗੱਲ ਕਿੱਥੇ ਦੀ ਕਿੱਥੇ ਪਹੁੰਚ ਜਾਏਗੀ। ਤੇ ਮਿਹਰਬਾਨੀ ਆਪਣੇ ਆਪ ਨੂੰ ਘਾਟ 'ਚ ਰੱਖੋ। ਕੋਈ 2 ਹਫ਼ਤੇ ਦੀ ਗੱਲ ਹੈ, ਜ਼ਿਆਦਾ ਤੋਂ ਜ਼ਿਆਦਾ 2 ਹਫ਼ਤੇ, ਕਿਉਂਕਿ 14ਵੇਂ ਦਿਨ ਬਾਅਦ ਇਹਦੀ ਇਲਾਮਾਤ ਤਕਰੀਬਨ ਖਤਮ ਹੋ ਜਾਂਦੀ। ਲੇਕਿਨ ਉਹ ਉਦੋਂ ਹੋਏ ਜਦੋਂ ਸਾਰੇ ਲੋਕੀ ਆਪਣੇ ਆਪ ਨੂੰ ਘਰਾਂ 'ਚ ਰੱਖਣ। 14 ਦਿਨਾਂ ਵਾਸਤੇ ਕੋਈ ਐਡਾ ਪਹਾੜ ਨਹੀਂ ਹੈਗਾ ਜਿਹੜਾ ਢਾਣਾ ਹੈ, ਤੇ ਘਰ ਰੱਖੋ ਆਪਣੇ ਆਪ ਨੂੰ। ਜਦੋਂ ਕੋਈ ਕਿਸੇ ਸ਼ੈ ਨੂੰ ਹੱਥ ਲਾ ਲਵੋ, ਕੁਰਸੀ ਤੇ, ਟੇਬਲ ਤੇ, ਕਿਤੇ ਵੀ, ਉਹਨੂੰ ਤੁਸੀਂ ਗਰਮ ਪਾਣੀ ਨਾਲ ਜਾ ਕੇ ਸਾਬਣ ਲਾ ਕੇ, ਭਾਵੇਂ ਕੱਪੜੇ ਧੋਣ ਵਾਲਾ ਹੈ ਭਾਵੇਂ ਭਾਂਡੇ ਮਾਂਜਣ ਵਾਲਾ ਹੈ, ਉਹਦੇ ਨਾਲ ਹੱਥ ਧੋ ਲਵੋ 20 ਸਕਿੰਟ ਲਈ। ਗਰਮ ਪਾਣੀ ਲੱਭ ਜਾਵੇ ਤੇ ਮਿਹਰਬਾਨੀ, ਨਹੀਂ ਤੇ ਠੰਡੇ ਨਾਲ ਵੀ ਟੁੱਟ ਜਾਏਗਾ, ਲੇਕਿਨ ਗਰਮ ਕੋਸਾ ਪਾਣੀ ਹੋਵੇ ਤੇ ਬਿਹਤਰ ਹੈ।
ਕਿਉਂਕਿ ਸਾਬਣ ਛੇਤੀ ਪਿਘਲ ਜਾਂਦਾ ਉਹਦੇ ਚ, ਤੇ ਫਿਰ ਉਹ ਜ਼ਿਆਦਾ ਅਸਰ ਕਰਦਾ ਹੈ। ਉਹ ਕਰੋਗੇ ਤੇ, ਲੇਕਿਨ ਇਹ ਹੈ ਕਿ ਸਾਰੇ ਕਰਨ ਨਾ, ਮਿਹਰਬਾਨੀ ਤੁਹਾਡੀ। ਬਸ ਇੰਨੀ ਨਿੱਕੀ ਜੀ ਗੱਲ ਹੈਗੀ ਸੀ, ਉਮੀਦ ਹੈ ਤੁਸੀਂ ਇਹਦੇ ਤੇ ਅਮਲ ਵੀ ਕਰੋਗੇ ਤੇ ਆਪਣੇ ਘਰਦਿਆਂ ਨੂੰ ਵੀ ਕਰਵਾਓਗੇ, ਤੇ ਇਹਦੇ ਲਈ ਬਹਾਦਰੀ ਦੀ ਕੋਈ ਲੋੜ ਨਹੀਂ ਹੈਗੀ। ਇਸ ਕੰਮ 'ਚ ਬੁਜ਼ਦਿਲ ਬਣ ਕੇ ਰਹਿਣਾ ਬਿਹਤਰ ਹੈ। ਬਹੁਤ ਸ਼ੁਕਰੀਆ ਜੀ। ਰੱਬ ਰਾਖਾ। ਅਸਲਾਮ ਅਲੈਕੁਮ।